ਦੋਸਤੋ ਮੈਂ ਕੈਲਾਸ਼ ਤੇ ਅੱਜ ਸਾਡੇ ਹੈਲਥ ਪ੍ਰੋਗਰਾਮ ਦੇ ਵਿੱਚ ਖਾਸ ਤੁਹਾਡੇ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਖਾਸ ਇਨਫੋਰਮੇਸ਼ਨ ਦੇਣ ਜਾਵਾਂਗੇ। ਬਹੁਤ ਹੀ ਪੋਜ਼ਿਟਿਵ ਸਟੋਰੀ ਤੁਹਾਨੂੰ ਨਾਲ ਸ਼ੇਅਰ ਕਰਨ ਜਾਵਾਂਗੇ, ਜਿੱਥੇ ਕਿ ਇੱਕ ਗੱਲ ਕਰੀਏ ਤੇ ਇੱਕ ਧਰਤੀ ਦੇ ਵਿੱਚ ਡਾਕਟਰ ਇੱਕ ਰੱਬ ਦਾ ਰੂਪ ਹੁੰਦੇ ਹਨ, ਜੋ ਕਿ ਕਿਸੇ ਵੀ ਇਨਸਾਨ ਨੂੰ ਮਰਨ ਤੋਂ ਬਚਾਉਂਦੇ ਹਨ। ਇਹ ਡਾਕਟਰ ਦਾ ਕੰਮ ਸਭ ਤੋਂ ਪਹਿਲਾਂ ਕਿਸੇ ਦੀ ਇਨਸਾਨ ਦੀ ਜ਼ਿੰਦਗੀ ਤੋਂ ਬਚਾਉਣ ਦਾ ਹੁੰਦਾ ਹੈ। ਤੇ ਅੱਜ ਆਪਾਂ ਗੱਲ ਕਰਦੇ ਹਾਂ ਸਰੀਰ ਦੇ ਬਾਰੇ, ਤੇ ਸਰੀਰ ਦਾ ਇੱਕ ਅਭਿੰਨ ਅੰਗ ਜੋ ਕਿ ਦਿਲ ਹੁੰਦਾ ਹੈ। ਦਿਲ ਦੇ ਬਿਮਾਰੀਆਂ ਤੇ ਅੱਜ ਤੁਹਾਨੂੰ ਪਤਾ ਹੀ ਹੈ ਕਿੰਨੇ ਕੁ ਬਿਮਾਰੀਆਂ ਤੇ ਕਿੰਨੇ ਤੇ ਲੋਕ ਇਸ ਤੋਂ ਗ੍ਰਸਤ ਹੁੰਦੇ ਹਨ। ਜਗ੍ਹਾ ਜਗ੍ਹਾ ਇਸ ਦੇ ਟ੍ਰੀਟਮੈਂਟ ਵੀ ਚੱਲਦੇ ਹਨ, ਪਰ ਹਰ ਕਿਸੇ ਦਾ ਟ੍ਰੀਟਮੈਂਟ ਦਾ ਆਪਣਾ ਤਰੀਕਾ ਹੁੰਦਾ ਹੈ। ਪਰ ਅੱਜ ਇੱਕ ਖਾਸ ਸਟੋਰੀ ਦਿਲ ਦੀ ਬਿਮਾਰੀ ਨੂੰ ਲੈ ਕੇ ਇਸ ਕਰਕੇ ਤੁਹਾਨੂੰ ਨਾਲ ਸ਼ੇਅਰ ਕਰ ਰਿਹਾ। ਇੱਕ ਖਾਸ ਸਾਡੇ ਕੋਲ ਪੇਸ਼ੈਂਟ ਇਸ ਵੇਲੇ ਮੌਜੂਦ ਹਨ, ਜੋ ਕਿ ਪਿਛਲੇ ਕਈ ਹਸਪੀਟਲ ਤੋਂ ਨਿਰਾਸ਼ ਹੋ ਚੁੱਕੇ ਸਨ, ਪਰ ਅੱਜ ਉਹ ਇੱਕ ਨਈ ਜ਼ਿੰਦਗੀ ਲੈ ਕੇ ਆਪਣੀ ਇਸ ਦੁਨੀਆ ਦੇ ਵਿੱਚ ਇੱਕ ਨਵਾਂ ਸਾਹ ਲੈ ਰਹੇ ਹਨ। ਤੇ ਉਸੇ ਬਾਰੇ ਆਪਾਂ ਗੱਲ ਕਰਾਂਗੇ। ਤੇ ਸਾਡੇ ਨਾਲ ਇਸ ਵੇਲੇ ਸਪੈਸ਼ਲਿਸਟ ਡਾਕਟਰ ਜਤਿੰਦਰ ਮਲਹੋਤਰਾ ਜੀ ਮੌਜੂਦ ਹਨ, ਤੇ ਆਪਾਂ ਕਾਰਪੋਰੇਟ ਹਸਪੀਟਲ ਦੇ ਐਮਡੀ ਜਤਿੰਦਰ ਮਲਹੋਤਰਾ ਜੀ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤੇ ਜਾਣੀਏ ਆਪਾਂ ਦਿਲ ਦੇ ਬਾਰੇ। ਦਿਲ ਦੀਆਂ ਕਿੰਨੀਆਂ ਕੁ ਬਿਮਾਰੀਆਂ ਹੁੰਦੀਆਂ ਨੇ ਜੋ ਕਿ ਅੱਜ ਤੱਕ ਨੋਰਮਲ ਰੂਟੀਨ ਦੇ ਵਿੱਚ ਪਾਈਆਂ ਜਾਂਦੀਆਂ? ਥੈਂਕ ਯੂ ਵੈਰੀ ਮੱਚ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਕੋਲ ਆਏ ਔਰ ਇਹਦੇ ਬਾਰੇ ਹੈਲਥ ਬਾਰੇ ਸਾਡੀ ਕੋਲੋਂ ਸਲਾਹ ਲੈ ਲਿੱਤੀ ਔਰ ਸਾਡੇ ਕੋਲੋਂ ਇਸ 'ਤੇ ਚਾਨਣਾ ਪਾਉਣ ਵਾਸਤੇ ਰਿਕੁਐਸਟ ਕੀਤੀ। ਮੈਂ ਡਾਕਟਰ ਜਤਿੰਦਰ ਮਲਹੋਤਰਾ, ਮੈਨੇਜਿੰਗ ਡਾਇਰੈਕਟਰ ਦਾ ਕਾਰਪੋਰੇਟ ਹਸਪੀਟਲ ਅੰਮ੍ਰਿਤਸਰ। ਜਿੱਦਾਂ ਤੁਸੀਂ ਗੱਲ ਕੀਤੀ ਦਿਲ ਦੇ ਰੋਗਾਂ ਬਾਰੇ, ਦਿਲ ਦੇ ਰੋਗਾਂ ਅੱਜ ਤੋਂ ਕੁਛ ਸਾਲ ਪਿੱਛੇ ਚਲੇ ਜਾਈਏ, ਜਦੋਂ ਅਸੀਂ ਸਟਾਰਟ ਕੀਤੀ ਸੀ ਪ੍ਰੈਕਟਿਸ, ਉਦੋਂ ਜਦੋਂ ਦਿਲ ਦੇ ਰੋਗ ਕਿਸੇ ਨੂੰ ਹਾਰਟ ਅਟੈਕ ਆਉਂਦਾ ਸੀ, ਹਸਪੀਟਲ 'ਚ ਆ ਜਾਂਦਾ ਸੀ, ਅਤੇ ਬਹੁਤ ਸਾਰੇ ਪੇਸ਼ੈਂਟ ਸੀ ਉਸ ਹਾਰਟ ਅਟੈਕ ਨਾਲ ਜਾਨ ਨਹੀਂ ਬਚਾ ਪਾਉਂਦੇ ਸੀ ਅਸੀਂ, ਕਿਉਂਕਿ ਸਾਡੇ ਕੋਲ ਉਹ ਆਧੁਨਿਕ ਤਰੀਕੇ ਸਾਰੇ ਉਦੋਂ ਨਹੀਂ ਆਏ ਸੀ ਜਿਹੜੇ ਆਧੁਨਿਕ ਤਰੀਕੇ ਅੱਜ ਦੀ ਡੇਟ ਵਿੱਚ ਸਾਡੇ ਕੋਲ ਹੈਗੇ। ਉਹਦੇ ਸਭ ਤੋਂ ਪਹਿਲਾ ਤਰੀਕਾ ਤਾਂ ਕੈਥ ਲੈਬ ਹੈਗੀ ਹੈ, ਹਸਪੀਟਲ 'ਚ ਅੱਛੀ ਕੈਥ ਲੈਬ ਔਰ ਇਨ ਹਾਊਸ ਕਾਰਡੀਓਲੋਜਿਸਟ ਔਰ ਇਹ ਸਾਰੇ ਇਕੁਇਪਮੈਂਟਸ ਅਗਰ ਤੁਹਾਡੇ ਕੋਲ ਹੋਣ, ਤਾਂ ਜਦੋਂ ਵੀ ਦਿਲ ਦਾ ਦੌਰਾ ਪੈ ਕੇ ਪੇਸ਼ੈਂਟਸ ਆਉਂਦਾ, ਸਭ ਤੋਂ ਪਹਿਲੇ ਉਹਦੀ ਜੇ ਪੋਸੀਬਲ ਹੋਵੇ ਤਾਂ ਐਂਜੀਓਗ੍ਰਾਫੀ ਕਰਕੇ ਨਾੜਾਂ ਦਾ ਪਤਾ ਲਗਾਇਆ ਜਾਂਦਾ ਹੈ ਕਿ ਕਿੰਨੀਆਂ ਨਾੜਾਂ ਬੰਦ ਹੈ। ਅਗਰ ਇੱਕ ਜਾਂ ਦੋ ਨਾੜਾਂ ਬੰਦ ਹੋਣ ਤਾਂ ਅਸੀਂ ਉਹਨਾਂ ਨੂੰ ਸਟੈਂਟ ਪਾ ਕੇ ਉਹ ਨਾੜਾਂ ਠੀਕ ਕਰ ਦਿੰਦੇ ਹਾਂ ਔਰ ਪੇਸ਼ੈਂਟ ਠੀਕ ਹੋ ਕੇ ਘਰ ਚਲਾ ਜਾਂਦਾ ਇੱਕ ਜਾਂ ਦੋ ਦਿਨਾਂ 'ਚ। ਜੇ ਐਂਜੀਓਗ੍ਰਾਫੀ ਵਿੱਚ 3 ਤੋਂ ਜ਼ਿਆਦਾ ਨਾੜਾਂ ਬੰਦ ਆ ਜਾਣ ਜਾਂ ਕੋਈ ਐਸੀ ਨਾੜ ਬੰਦ ਆ ਜਾਵੇ ਜਿਸ 'ਚ ਸਟੈਂਟ ਨਹੀਂ ਪੈ ਸਕਦਾ, ਉਹਨਾਂ ਨੂੰ ਫਿਰ ਅਸੀਂ ਬਾਈਪਾਸ ਸਰਜਰੀ ਵਾਸਤੇ ਰਿਕਮੈਂਡ ਕਰ ਦਿੰਦੇ ਹਾਂ। ਔਰ ਬਾਈਪਾਸ ਸਰਜਰੀ ਦੀ ਫੈਸਿਲਿਟੀ ਉਸੇ ਹਸਪੀਟਲ ਵਿੱਚ ਹੀ ਹੋਣੀ ਚਾਹੀਦੀ ਹੈ ਜਿੱਥੇ ਸਟੈਂਟ ਪੈਣ ਦੀ ਸੁਵਿਧਾ ਹੁੰਦੀ ਹੈ। ਅਸੀਂ ਬਹੁਤ ਸਾਰੇ ਪੇਸ਼ੈਂਟਸ ਦੀ ਹੁਣ ਤੱਕ ਪਿਛਲੇ 6-7 ਸਾਲ ਬਾਈਪਾਸ ਸਰਜਰੀ ਕਰ ਚੁੱਕੇ ਹਾਂ। ਮੈਂ ਸਪੈਸ਼ਲੀ ਇਸ ਵਾਰੀ ਉਸ ਪੇਸ਼ੈਂਟਸ ਦੀਆਂ ਗੱਲ ਕਰਾਂਗਾ ਜਿਹੜੇ ਪੇਸ਼ੈਂਟਸ ਦੀ ਬਾਈਪਾਸ ਸਰਜਰੀ ਬੜੇ ਸਾਰੇ ਹਸਪੀਟਲ ਮਨਾ ਕਰ ਦਿੰਦੇ ਆ। ਇਹ ਕਹਿ ਕੇ ਬਾਈਪਾਸ ਸਰਜਰੀ ਮਨਾ ਕਰ ਦਿੰਦੇ ਆ ਕਿ ਪੇਸ਼ੈਂਟ ਦਾ ਦਿਲ ਤੀਜਾ ਹਿੱਸਾ ਚੱਲ ਰਿਹਾ ਹੈ। ਜਿਸ ਤਰ੍ਹਾਂ ਕਿਸੇ ਦਾ ਆਮ ਤੌਰ 'ਤੇ 60% EF ਹੋਣੀ ਚਾਹੀਦੀ ਹੈ, ਤਾਂ ਉਹਦੀ 20% 22% ਹੈਗੀ ਹੈ, ਤਾਂ ਉਹਨਾਂ ਨੂੰ ਦਵਾਈਆਂ 'ਤੇ ਪਾ ਦਿਓ ਔਰ ਬਾਈਪਾਸ ਕਰਨੀ ਖਤਰਨਾਕ ਹੈ ਔਰ ਬਾਈਪਾਸ ਸਰਜਰੀ ਨਹੀਂ ਹੋ ਸਕਦੀ। ਜਿਹੜੇ ਪੇਸ਼ੈਂਟ ਦਵਾਈਆਂ 'ਤੇ ਪਾ ਦਿੱਤੇ ਜਾਂਦੇ ਹਨ, ਲੰਬੇ ਸਮੇਂ ਤੱਕ ਦਵਾਈ ਚੱਲਦੀ ਰਹਿੰਦੀ ਹੈ, ਉਹਨਾਂ ਦੇ ਹਾਰਟ ਦੀ ਡਿਸੀਜ਼ ਤੇ ਖਤਮ ਨਹੀਂ ਹੁੰਦੀ, ਪਰ ਉਹਦੀ ਗਰੋਥ ਕੁਛ ਕੰਟਰੋਲ ਕੀਤੀ ਜਾ ਸਕਦੀ ਹੈ, ਪਰ ਉਸ ਦੇ ਨਾਲ ਨਾਲ ਸਰੀਰ ਦੇ ਵਿੱਚ ਹੋਰ ਵੀ ਕਈ ਪ੍ਰੋਬਲਮਸ ਆ ਜਾਂਦੀਆਂ, ਜੋ ਕਿ ਇੱਕ ਮਰੀਜ਼ ਨੂੰ ਹੋਰ ਜ਼ਿਆਦਾ ਕ੍ਰਿਟੀਕਲ ਇਲਨੈਸ ਵੱਲ ਲੈ ਜਾ ਜਾਂਦਾ। ਹਾਂ, ਇਹ ਬੜਾ ਇੰਪੋਰਟੈਂਟ ਕੁਐਸਚਨ ਤੁਸੀਂ ਪੁੱਛਿਆ ਹੈ, ਬਿਕੋਜ਼ ਜਦੋਂ ਤੁਸੀਂ ਕਿਸੇ ਵੀ ਪੇਸ਼ੈਂਟ ਦਾ 20-25% ਦਿਲ ਦੀ EF ਦੇਖ ਕੇ ਜਾਂ ਦਿਲ ਦਾ ਕਪੈਸਿਟੀ ਦੇਖ ਕੇ, ਧੜਕਣ ਦੀ ਕਪੈਸਿਟੀ ਦੇਖ ਕੇ ਅਗਰ ਤੁਸੀਂ ਮਨਾ ਕਰਦੇ ਹੋ ਕਿ ਇਸ ਪੇਸ਼ੈਂਟ ਨੂੰ ਬਾਈਪਾਸ ਦੀ ਲੋੜ ਨਹੀਂ ਹੈ, ਬਾਈਪਾਸ ਕਰਨੀ ਖਤਰਨਾਕ ਹੈ ਔਰ ਇਹਨੂੰ ਹਾਰਟ ਦੀਆਂ ਦਵਾਈਆਂ, ਖੂਨ ਪਤਲਾ ਕਰਨ ਦੀਆਂ ਦਵਾਈਆਂ ਪਾ ਕੇ ਅੱਗੋਂ ਜ਼ਿੰਦਗੀ ਗੁਜ਼ਾਰੀ ਜਾ, ਲੇਕਿਨ ਪੇਸ਼ੈਂਟ ਨੂੰ ਉਹ 'ਚ ਬੜੀ ਸਾਰੀਆਂ ਪ੍ਰੋਬਲਮ ਆਉਂਦੀਆਂ। ਜਿਸ ਤਰ੍ਹਾਂ ਪ੍ਰੋਬਲਮ ਆਉਂਦੀ ਹੈ ਕਿ ਪੇਸ਼ੈਂਟ ਬਾਥਰੂਮ ਤੱਕ ਜਾਂਦਾ ਹੀ ਹੈ ਤਾਂ ਉਹਨੂੰ ਸਾਹ ਚੜ੍ਹ ਜਾਂਦਾ, ਪੌੜੀਆਂ ਉਹ ਚੜ੍ਹ ਨਹੀਂ ਸਕਦਾ, ਘਰ ਦੇ ਜਿਹੜੇ ਰੋਜ਼ਮਰਾ ਜ਼ਿੰਦਗੀ ਦੇ ਕੰਮ ਹੁੰਦੇ ਉਹਦੇ ਕੋਲ ਹੁੰਦੇ ਨਹੀਂ ਹੈ, ਕ੍ਰਿਪਲ ਹੋ ਜਾਂਦਾ ਪੇਸ਼ੈਂਟ ਕਿ ਕੁਛ ਦੂਰੀ 'ਤੇ ਚੱਲਿਆ ਔਰ ਉਹਨੂੰ ਸਾਹ ਚੜ੍ਹ ਗਿਆ। ਇਹ ਸਾਰੀਆਂ ਚੀਜ਼ਾਂ ਨੂੰ ਠੀਕ ਸਮਝਦੇ ਹੋਇਆਂ ਅਸੀਂ ਦੇਖ ਕੇ ਕਿ ਜਿਹੜੀਆਂ ਨਾੜਾਂ ਅਸੀਂ ਬਾਈਪਾਸ ਸਰਜਰੀ ਵਾਸਤੇ ਖੋਲ੍ਹਣੀਆਂ ਚਾਹੁੰਦੇ ਹਾਂ, ਉਹ ਨਾੜਾਂ ਦੇ ਨਾਲ ਪੱਠੇ ਉਹਦੇ ਨਾੜਾਂ ਦੇ ਇੱਕ ਹਾਰਟ ਦਾ ਮਸਲ ਜਿਹੜੇ ਅਗਰ ਜਿੰਦਾ ਹੈਗੇ ਹੈ ਤਾਂ ਅਸੀਂ ਉਹ ਨਾੜਾਂ ਨੂੰ ਖੋਲ੍ਹ ਦਿੰਦੇ ਹਾਂ ਬਾਈਪਾਸ ਕਰਕੇ। ਕੋਈ ਸ਼ੱਕ ਨਹੀਂ ਹੈ ਉਸ 'ਚ ਰਿਸਕ ਹੁੰਦਾ ਹੈ, ਬਹੁਤ ਸਾਰੀ ਮਿਹਨਤ ਲੱਗਦੀ ਹੈ, ਬੜੇ ਸਾਰੇ ਉਪਰਾਲੇ ਲੱਗਦੇ ਹੈ, ਬੜੇ ਸਾਰੇ ਇਕੁਇਪਮੈਂਟ ਲੱਗਦਾ ਹੈ, ਔਰ ਫਿਰ ਕਿਤੇ ਜਾ ਕੇ ਉਸ ਹਾਰਟ ਦੇ ਓਪਰੇਸ਼ਨ ਨੂੰ ਜਿਹੜਾ ਕਿ 20% ਹਾਰਟ ਕੰਮ ਕਰ ਰਿਹਾ ਹੈ ਉਹਨੂੰ ਸਿਰੇ ਚੜ੍ਹਾਉਣਾ ਕਾਫੀ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਉਹਦੇ ਵਾਸਤੇ ਹੀ ਅਸੀਂ ਤੁਹਾਨੂੰ ਇਸ ਮਰੀਜ਼ ਦੇ ਕੋਲ ਲੈ ਕੇ ਆਏ ਹਾਂ ਸਾਡੇ ਕਾਰਡਿਕ ਰਿਕਵਰੀ 'ਚ, ਜਿਹੜਾ ਕਿ ਅਸੀਂ 2 ਦਿਨ ਪਹਿਲੇ ਹੀ ਇਹ ਓਪਰੇਸ਼ਨ ਕੀਤਾ ਔਰ ਬਹੁਤ ਡਿਫਿਕਲਟ ਸਰਜਰੀ ਸੀ ਔਰ ਅਸੀਂ ਇਹ ਪੇਸ਼ੈਂਟ ਨੂੰ ਠੀਕ ਕੀਤਾ। ਸਾਨੂੰ ਪਤਾ ਲੱਗਾ ਕਿ ਇਹ ਪੇਸ਼ੈਂਟ ਪਹਿਲਾਂ ਵੀ ਕਈ ਹਸਪੀਟਲਾਂ ਤੋਂ ਨਿਰਾਸ਼ ਹੋ ਚੁੱਕੇ ਸਨ, ਅਤੇ ਉਸ ਤੋਂ ਬਾਅਦ ਇਹ ਤੁਹਾਡੇ ਕੋਲ ਆਏ ਕਈ ਹਸਪੀਟਲਾਂ ਤੋਂ ਨਿਰਾਸ਼ ਹੋਣ ਦੇ ਬਾਅਦ।
ਹਾਂ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਸ ਪੇਸ਼ੈਂਟ ਦੀ ਜਿਹੜੀ ਹੈ ਧੜਕਣ ਦੀ ਕਪੈਸਿਟੀ ਜਿਹੜੀ ਹੁੰਦੀ ਹੈ ਉਹ 20% ਹੈ। 20% ਦਾ ਮਤਲਬ ਹੁੰਦਾ ਤੀਜਾ ਹਿੱਸਾ ਨਾਰਮਲ ਨਾਲੋਂ। ਇਸ ਕਰਕੇ ਬਹੁਤ ਸਾਰੇ ਹਸਪੀਟਲ ਇਹਨਾਂ ਰਿਸਕ ਲੈਂਦੇ ਨਹੀਂ ਹੈ ਕਿ ਰਿਸਕ ਹੀ ਬਹੁਤ ਜ਼ਿਆਦਾ, ਇਹ 'ਚ ਬਹੁਤ ਸਾਰਾ ਇਕਵਿਪਮੈਂਟ ਲੱਗਣਾ ਹੈ, ਬਹੁਤ ਸਾਰਾ ਖਰਚਾ ਹੋਣਾ ਹੈ। ਔਰ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਰਿਸਕ ਨਾ ਲਈਏ ਅਤੇ ਅਸੀਂ ਪੇਸ਼ੈਂਟ ਨੂੰ ਮੈਡੀਕਲ ਮੈਨੇਜਮੈਂਟ 'ਤੇ ਪਾ ਦਈਏ। ਅਸੀਂ ਇਹ ਬਹੁਤ ਸਾਰੇ ਅਸੀਂ ਪਿਛਲੇ 10-15 ਦਿਨਾਂ 'ਚ ਤੀਸਰਾ ਚੌਥਾ ਸਾਡਾ ਆਪਰੇਸ਼ਨ ਹੈ ਜਿਹਦੇ ਵਿੱਚ ਅਸੀਂ ਇਹੋ ਜਿਹੇ ਪੇਸ਼ੈਂਟ ਸੀ ਕੀਤੇ ਜਿਨ੍ਹਾਂ ਦੇ 20-22% ਹਾਰਟ ਕੰਮ ਕਰ ਰਿਹਾ ਸੀ। ਅਸੀਂ ਉਹਨਾਂ ਦੀ ਬਾਈਪਾਸ ਕਰਕੇ ਪੇਸ਼ੈਂਟ ਨੂੰ ਨਵੀਂ ਜ਼ਿੰਦਗੀ ਦਿੱਤੀ। ਤੇ ਸਰ ਕੀ ਕਾਰਨ ਹੈ? ਹੀ ਹੋਰ ਵੀ ਕਈ ਵਾਰ ਤੁਹਾਡੇ ਇੰਟਰਵਿਊ ਲਿੱਤੇ ਜੇ ਜਿਹਦੇ ਵਿੱਚ ਤੁਸੀਂ ਕ੍ਰਿਟੀਕਲ ਇਲਨੈਸ ਦੇ ਸਪੈਸ਼ਲਿਸਟ ਬੰਦੇ ਜਾ ਰਹੇ ਹੋ। ਹੋਰ ਵੀ ਕਈ ਪੇਸ਼ੈਂਟ ਤੁਹਾਡੇ ਕੋਲ ਰੈਫਰ ਹੋ ਕੇ ਆਉਂਦੇ ਆ, ਜਿਸ ਤਰ੍ਹਾਂ ਇੱਕ ਕੇਸ ਸਾਡੇ ਕੋਲ ਆਇਆ ਸੀ ਜਿਹਦੇ ਇੰਟਰਨਲ ਬਲੀਡਿੰਗ ਸੀ ਪੇਸ਼ੈਂਟ ਦੇ, ਉਹ ਵੀ ਤੁਸੀਂ ਕਿਉਰ ਕੀਤੀ, ਪੇਟ 'ਚੋਂ 40 ਚਾਕੂ ਕੱਢੇ। ਇਸ ਤਰ੍ਹਾਂ ਵੱਖਰੇ ਵੱਖਰੇ ਕ੍ਰਿਟੀਕਲ ਇਲਨੈਸ ਜਿਹੜੇ ਕਿ ਬਾਕੀ ਜਗ੍ਹਾ ਰੈਫਰ ਹੋ ਕੇ ਤੁਹਾਡੇ ਕੋਲ ਆਉਂਦੇ ਆ, ਤਾਂ ਤੁਸੀਂ ਇੰਨੇ ਕ੍ਰਿਟੀਕਲ ਕੇਸ ਨੂੰ ਹੱਥ ਕਿਵੇਂ ਪਾ ਲੈਂਦੇ ਹੋ? ਅਸੀਂ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਲਾਦਰ ਮੈਂ 25 ਸਾਲ ਹੋ ਗਏ ਮੈਨੂੰ ਇਹ ਕ੍ਰਿਟੀਕਲ ਇਲਨੈਸ ਦੇ ਪੇਸ਼ੈਂਟਸ ਨੂੰ ਦੇਖਦਿਆਂ ਹੋਇਆਂ। ਔਰ ਜਦੋਂ ਹੀ ਅਸੀਂ ਹਸਪੀਟਲ ਖੋਲ੍ਹਿਆ ਸੀ ਸਾਡਾ ਮੇਨ ਮੋਟਿਵ ਹੀ ਪਹਿਲੇ ਦਿਨ ਤੋਂ ਇਹੀ ਸੀ ਕਿ ਅਸੀਂ ਕ੍ਰਿਟੀਕਲ ਇਲਨੈਸ ਦੇ ਪੇਸ਼ੈਂਟਸ ਹੀ ਲੈਣੇ ਆ ਜ਼ਿਆਦਾ, ਜਿਹਦੇ 'ਚ ਪੇਸ਼ੈਂਟ ਦੀ ਜਾਨ ਬਚਾ ਸਕੀਏ ਔਰ ਸਾਡਾ ਪਤਾ ਲੱਗ ਸਕੇ ਅਸੀਂ ਇਹੋ ਜਿਹੇ ਪੇਸ਼ੈਂਟਸ ਦੀ ਜਾਨ ਬਚਾ ਸਕਦੇ। ਇਸ ਵੇਲੇ ਵੀ ਅਗਰ ਮੈਂ ਗੱਲ ਕਰਾਂ ਸਾਡੇ ICU 'ਚ 3 ਤੋਂ 4 ਸਾਡੇ ਕੋਲ ਸਨੇਕ ਬਾਈਟਸ ਦੇ ਪੇਸ਼ੈਂਟ ਪਏ ਹੋਏ ਆ, ਜਿਨ੍ਹਾਂ 'ਚ 2 ਬੱਚੇ ਹੈਗੇ ਆ। ਇੱਕ ਸਵੇਰੇ 10 ਸਾਲ ਦਾ ਬੱਚਾ ਆਇਆ ਹੈ ਸੱਪ ਦੇ ਲੜਨ ਕਰਕੇ, ਔਰ 2 ਦਿਨ ਪਹਿਲੇ 11 ਸਾਲ ਦਾ ਬੱਚਾ ਸੱਪ ਦੇ ਲੜਨ ਕਰਕੇ ਆਇਆ। ਔਰ ਦੋਨੋਂ ਪੇਸ਼ੈਂਟਸ ਅਸੀਂ ਠੀਕ ਕਰਨ ਦਾ ਪੂਰਾ ਉਪਰਾਲਾ ਕਰਾਂਗੇ। ਅਜੇ ਤਾਂ ਸਾਹ ਦੀ ਮਸ਼ੀਨ 'ਤੇ ਹੈਗੇ ਆ, ਲੇਕਿਨ ਅਸੀਂ ਉਪਰਾਲਾ ਕਰਾਂਗੇ ਕਿ ਦੋਨੋਂ ਪੇਸ਼ੈਂਟਸ ਦਾ ਜਾਨ ਬਚਾ ਕੇ ਉਹਨਾਂ ਨੂੰ ਠੀਕ ਠਾਕ ਕਰਕੇ ਆਪਣੇ ਮਾਪਿਆਂ ਦੇ ਹਵਾਲੇ ਕੀਤਾ ਜਾ ਸਕੇ। ਇਸ ਪੇਸ਼ੈਂਟ ਦੀ ਗੱਲ ਕਰੀਏ, ਪੇਸ਼ੈਂਟ ਜਿਹੜੀ ਹੈ ਮਨਜੀਤ ਕੌਰ, ਇਹ ਤਰਨ ਤਾਰਨ ਤੋਂ ਸਾਡੇ ਕੋਲ ਆਈ ਸੀ ਔਰ ਬਹੁਤ ਸਾਰੇ ਹਸਪੀਟਲਸ ਉਹਨਾਂ ਕਰਕੇ ਆਏ ਸੀ। ਅਗਰ ਤੁਸੀਂ ਮਸ਼ੀਨਰੀ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇਹ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ। ਅਸੀਂ ਸਰਜਰੀ ਦੇ ਦੌਰਾਨ ਹੀ ਇੱਕ ਐਸੀ ਮਸ਼ੀਨ ਲਗਾਈ ਹੈ, ਅਗਰ ਤੁਸੀਂ ਇਸ ਮਸ਼ੀਨ ਦੀ ਗੱਲ ਕਰੀਏ IABP ਹੈ, ਇਹ ਕਾਰਡਿਅਕ ਨੂੰ ਹਾਰਟ ਨੂੰ ਸਪੋਰਟ ਕਰਨ ਲਈ ਇੱਕ ਐਸੀ ਮਸ਼ੀਨ ਹੈ ਜਿਹੜੀ ਕਿ 20% ਹਾਰਟ ਨੂੰ ਸਪੋਰਟ ਕਰਦੀ ਹੈ। ਬਿਕੋਜ਼ 20% ਹਾਰਟ 'ਤੇ ਆਪਰੇਸ਼ਨ ਕਰਨਾ ਬਹੁਤ ਮੁਸ਼ਕਿਲ ਹੁੰਦਾ। 20% ਹਾਰਟ ਨੂੰ ਸਪੋਰਟ ਕਰਦੀ ਹੈ ਤਾਂ ਕਿ ਪੇਸ਼ੈਂਟਸ ਨੂੰ ਜਦੋਂ ਠੀਕ ਹੋ ਜਾਂਦਾ ਤਾਂ ਸਲੋਲੀ ਅਸੀਂ ਇਸ ਮਸ਼ੀਨ ਨੂੰ ਉਤਾਰਦੇ ਨੇ, ਇਹਨੂੰ IABP ਕਹਿੰਦੇ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਯੰਤਰ ਜਿਹੜੇ ਕਿ ਇਸ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ, ਸਿਰੇ ਚੜ੍ਹਾਉਣ ਵਾਸਤੇ, ਲਾਈਫ ਬਚਾਉਣ ਵਾਸਤੇ ਲੱਗਦੇ ਹੈ, ਉਹ ਸਾਰਾ ਕੁਛ ਇਹਨੂੰ ਲੱਗਾ ਹੋਇਆ ਸੀ। ਸਾਹ ਦੀ ਮਸ਼ੀਨਾਂ 'ਤੇ ਪੇਸ਼ੈਂਟ ਹੁੰਦਾ 2 ਜਾਂ 3 ਦਿਨ। ਅੱਜ ਅਸੀਂ ਇਹਨਾਂ ਨੂੰ ਵੈਂਟੀਲੇਟਰ ਤੋਂ ਆਫ ਕਰਤਾ, ਪੇਸ਼ੈਂਟ ਗੱਲਾਂ ਬਾਤਾਂ ਕਰ ਰਹੀ ਹੈ ਔਰ ਪੂਰੀ ਉਮੀਦ ਹੈ ਕਿ ਅਸੀਂ ਪੇਸ਼ੈਂਟਸ ਨੂੰ ਠੀਕ ਕਰਕੇ ਅਸੀਂ ਇਹਨੂੰ ਘਰ ਭੇਜ ਦਿਆਂਗੇ। ਇਸੇ ਕਰਕੇ ਲੋਕ ਪਿੱਛੇ ਹਟ ਜਾਂਦੇ ਆ। ਮੈਂ ਆਲਰੇਡੀ ਪਹਿਲੇ ਵੀ ਦੱਸ ਚੁੱਕਾ ਕਿ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ ਔਰ ਬਹੁਤ ਸਾਰੇ ਉਪਰਾਲੇ ਕਰਨੇ ਪੈਂਦੇ, ਬਹੁਤ ਸਾਰਾ ਇਕਵਿਪਮੈਂਟ ਚਾਹੀਦਾ ਹੁੰਦਾ। ਇਹ ਸਾਰੀਆਂ ਚੀਜ਼ਾਂ ਦੀ ਕਮੀ ਕਰਕੇ ਹਸਪੀਟਲ ਇਹ ਇੰਨਾ ਵੱਡਾ ਸਟੈਪ ਨਹੀਂ ਚੁੱਕ ਪਾਉਂਦੇ। ਆਪਾਂ ਗੱਲ ਕਰੀਏ ਇੱਕ ਸਰਜਨ ਦੀ, ਤਾਂ ਸਰਜਨ ਜਿੰਨਾ ਕਿ ਪੁਰਾਣਾ ਹੁੰਦਾ ਜਾਂਦਾ ਉਹਦੇ ਹੱਥ ਦਾ ਹੁਨਰ ਉਨਾ ਹੀ ਵੱਧਦਾ ਜਾਂਦਾ। ਤੇ ਇਸ ਹਸਪੀਟਲ ਦੀ ਗੱਲ ਕਰੀਏ ਤੇ ਅੱਜ ਤੱਕ ਕਿੰਨੇ ਕਿ ਇਸ ਤਰ੍ਹਾਂ ਦੇ ਤੁਹਾਡੇ ਕੋਲ ਪੇਸ਼ੈਂਟ ਆਏ ਜਿਨ੍ਹਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਗਿਆ ਤੁਹਾਡੇ ਵੱਲੋਂ? ਇਹ 'ਚ ਕੋਈ ਸ਼ੱਕ ਨਹੀਂ ਹੈ, ਕਾਰਡਿਕ ਸਰਜਰੀ ਇਟਸੈਲਫ ਆਪਣੇ ਆਪ 'ਚ ਹੀ ਬਹੁਤ ਵੱਡਾ ਆਪਰੇਸ਼ਨ ਹੈ। ਲੇਕਿਨ ਜਦੋਂ ਕ੍ਰਿਟੀਕਲ ਇਲਨੈਸ ਆਉਂਦੀ ਹੈ ਉਦੋਂ ਆਪਰੇਸ਼ਨ ਤੋਂ ਬਾਅਦ ਅਗਲੇ 5-7 ਦਿਨ ਸੰਭਾਲਣਾ ਉਸ ਤੋਂ ਵੀ ਜ਼ਿਆਦਾ TDS ਹੁੰਦਾ ਹੈ ਪੇਸ਼ੈਂਟ ਨੂੰ ਸੰਭਾਲਣਾ, ਤਾਂ ਕਿ ਸਰਜਰੀ ਤੋਂ ਬਾਅਦ ਵੀ ਪੇਸ਼ੈਂਟ, ਬਿਕੋਜ਼ ਸਰਜਰੀ ਕਰਕੇ ਤੇ ਖਤਮ ਹੋ ਗਿਆ ਕੰਮ, ਉਸ ਤੋਂ ਬਾਅਦ 5-6 ਦਿਨ ਲਈ ਪੇਸ਼ੈਂਟ ਕ੍ਰਿਟੀਕਲੀ ਇਲ ਹੁੰਦਾ। ਜਦੋਂ ਤੱਕ ਕਾਰਡਿਕ ਰਿਕਵਰੀ 'ਚ ਹੁੰਦਾ ਉਹਨੂੰ ਉਸ ਤੋਂ ਕੱਢਣਾ ਔਰ ਵਾਪਸ ਕਮਰੇ 'ਚ ਭੇਜਣਾ ਔਰ ਘਰ ਭੇਜਣਾ, ਇਹੀ ਬਹੁਤ ਵੱਡੀ ਜਿੱਤ ਹੁੰਦੀ। ਤੇ ਜਿਸ ਤਰ੍ਹਾਂ ਪੇਸ਼ੈਂਟ ਦੀ ਗੱਲ ਕੀਤੀ ਜਾਵੇ ਕਿ ਪੇਸ਼ੈਂਟ ਸਰਜਰੀ ਦੇ ਬਾਅਦ ਪੇਸ਼ੈਂਟ ਨੂੰ ਨਾਰਮਲ ਹੋਣ ਦੇ ਵਿੱਚ ਕਿੰਨਾ ਕੁ ਡਿਪੈਂਡ ਕਰਦਾ ਪੇਸ਼ੈਂਟ ਟੂ ਪੇਸ਼ੈਂਟ, ਤੇ ਫਿਰ ਵੀ ਇੱਕ ਐਵਰੇਜ ਟਾਈਮ ਕਿੰਨਾ ਕੁ ਲੱਗਦਾ? ਨਾਰਮਲ ਲਾਈਫ ਕਿੰਨੀ ਕੁ ਮਿਲ ਜਾਂਦੀ ਹੈ? ਐਵਰੇਜ ਨਹੀਂ, ਨਾਰਮਲ ਲਾਈਫ ਨਹੀਂ, ਐਵਰੇਜ ਟਾਈਮ 7 ਤੋਂ 10 ਦਿਨ ਪੇਸ਼ੈਂਟ ਹਸਪੀਟਲ 'ਚ ਰਹਿੰਦਾ। ਥੋੜਾ ਕ੍ਰਿਟੀਕਲੀ ਹੋਵੇ 10 ਦਿਨ, ਨਹੀਂ ਤਾਂ 7 ਦਿਨਾਂ 'ਚ ਅਸੀਂ ਛੁੱਟੀ ਕਰ ਦਿੰਦੇ ਹਾਂ ਇਹੋ ਜਿਹੇ ਪੇਸ਼ੈਂਟ ਸੀ। ਜੇ ਵੈਲ ਵਗੈਰਾ ਰਿਪਲੇਸ ਕੀਤੇ ਹੋਣ ਔਰ ਨਾਰਮਲ ਹਾਰਟ ਹੋਵੇ ਤਾਂ ਅਸੀਂ 4ਵੇਂ-5ਵੇਂ ਦਿਨ ਵੀ ਛੁੱਟੀ ਕਰ ਦਿੰਦੇ ਹਾਂ ਪੇਸ਼ੈਂਟ ਨੂੰ। ਉਸ ਤੋਂ ਬਾਅਦ ਲਾਈਫ ਐਕਸਪੈਕਟੈਂਸੀ ਤਾਂ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਬਿਕੋਜ਼ ਤੁਸੀਂ ਬਹੁਤ ਸਾਰੀਆਂ ਨਾੜਾਂ ਨਵੀਆਂ ਪਾ ਦਿੰਦੇ ਹੋ, ਜਿੰਨੀਆਂ ਵੀ ਖਰਾਬ ਹੈ ਰਾਦਰ 2 3 4 5 ਜਿੰਨੀਆਂ ਵੀ ਖਰਾਬ ਹੈ ਸਾਰੇ ਗ੍ਰਾਫਟ ਲਗਾ ਕੇ ਤੁਸੀਂ ਨਾੜਾਂ ਨਵੀਆਂ ਬਦਲ ਦਿੰਦੇ ਹੋ ਜਾਂ ਪਾ ਦਿੰਦੇ ਹੋ। ਪੰਜਾਬੀ 'ਚ ਅਸੀਂ ਉਹਨੂੰ ਬਦਲਣਾ ਕਹਿ ਦਿੰਦੇ ਹਾਂ ਜਾਂ ਉਹਨੂੰ ਬਾਈਪਾਸ ਕਰ ਦਿੰਦੇ ਹਾਂ। ਉਹਦੇ ਨਾਲ ਖੂਨ ਦਾ ਦੌਰਾ ਦਿਲ ਨੂੰ ਬੈਟਰ ਚਲਾ ਜਾਂਦਾ ਹੈ। ਲੇਕਿਨ ਇਹ ਸਾਰੀਆਂ ਚੀਜ਼ਾਂ ਦੀ ਅਸੈਸਮੈਂਟ ਸਾਨੂੰ ਪ੍ਰੀ ਆਪਰੇਟਿਵ ਆਪਰੇਸ਼ਨ ਤੋਂ ਪਹਿਲੇ ਕਰਨੀ ਪੈਂਦੀ ਹੈ ਕਿ ਜਿਹੜਾ ਅਸੀਂ ਕੰਮ ਕਰਨ ਜਾ ਰਹੇ ਹਾਂ ਉਹਦਾ ਕਿੰਨਾ ਫਾਇਦਾ ਪੇਸ਼ੈਂਟ ਨੂੰ ਪਹੁੰਚੇਗਾ ਕਿ ਨਹੀਂ ਪਹੁੰਚੇਗਾ। ਉਹ ਸਾਰੇ ਦਿਲ ਦੇ ਸਕੈਨ ਕਰਕੇ ਸਾਨੂੰ ਪਤਾ ਲੱਗ ਜਾਂਦਾ ਹੈ। ਅਗਰ ਸਾਨੂੰ ਪਤਾ ਲੱਗ ਜਾਂਦਾ ਕਿ ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਨੂੰ ਫਾਇਦਾ ਪਹੁੰਚੇਗਾ ਫਿਰ ਹੀ ਅਸੀਂ ਆਪਰੇਸ਼ਨ ਕਰਦੇ ਹਾਂ। ਇਸ ਪੇਸ਼ੈਂਟ ਦਾ ਆਪਰੇਸ਼ਨ ਵੀ ਉਹ ਸਾਰਾ ਥੈਲੀਅਮ ਸਕੈਨ ਵਗੈਰਾ ਕਰਾ ਕੇ ਉਸ ਤੋਂ ਬਾਅਦ ਦੇਖ ਕੇ ਫਿਰ ਹੀ ਆਪਰੇਸ਼ਨ ਕੀਤਾ ਗਿਆ ਔਰ ਇਹਨੂੰ ਬਹੁਤ ਫਾਇਦਾ ਹੋਇਆ ਔਰ ਪੇਸ਼ੈਂਟ ਠੀਕ ਹੋ ਗਿਆ। ਇੱਕ ਹੋਰ ਸਵਾਲ ਸਰ ਜੋ ਕਿ ਆਮ ਜਨਤਾ ਦੇ ਵਿੱਚ ਵੀ ਆਉਂਦਾ ਹੈ ਕਿ ਆਪਰੇਸ਼ਨ ਤੋਂ ਪਹਿਲਾਂ ਦੀ ਜਿਹੜੀ ਲਾਈਫ ਹੁੰਦੀ ਹੈ ਅਤੇ ਆਪਰੇਸ਼ਨ ਤੋਂ ਬਾਅਦ
ਉਹ ਕੁਆਲਿਟੀ ਆਫ ਲਾਈਫ ਦੇਖੋ, ਲਾਈਫ ਦਾ ਤੇ ਉੱਪਰ ਵਾਲੇ ਦੇ ਹੱਥ 'ਚ ਹੈਗਾ, ਇਨਸਾਨ ਦਾ ਕਿਸੇ ਦਾ ਪਤਾ ਨਹੀਂ, ਪਰ ਇੱਕ ਆਪਰੇਸ਼ਨ ਤੋਂ ਬਾਅਦ ਕੁਆਲਿਟੀ ਆਫ ਲਾਈਫ ਇੱਕ ਐਵਰੇਜ ਬੇਸ ਤੇ ਕਿੰਨੀ ਕੁ ਵੱਧ ਜਾਂਦੀ ਹੈ? ਐਵਰੇਜ ਬੇਸ ਤੇ ਕੁਆਲਿਟੀ ਆਫ ਲਾਈਫ ਬਹੁਤ ਜ਼ਿਆਦਾ ਇੰਪਰੂਵ ਕਰ ਜਾਂਦੀ ਹੈ। ਕੁਆਲਿਟੀ ਆਫ ਲਾਈਫ ਇੰਪਰੂਵ ਕਰਨ ਵਾਸਤੇ ਜਾਂ ਪੇਸ਼ੈਂਟ ਦੀ ਜ਼ਿੰਦਗੀ ਦੇ ਦਿਨ ਵਧਾਉਣ ਵਾਸਤੇ ਹੀ ਅਸੀਂ ਆਪਰੇਸ਼ਨ ਕਰਦੇ ਹਾਂ। ਜ਼ਿੰਦਗੀ ਦੇ ਦਿਨ ਤੇ ਬੜੀ ਵਾਰੀ ਦਵਾਈਆਂ ਨਾਲ ਖੂਨ ਪਤਲਾ ਕਰਨ ਦੀਆਂ ਦਵਾਈਆਂ ਨਾਲ ਵੀ ਵੱਧ ਜਾਂਦੇ ਆ ਇਹੋ ਜਿਹੇ ਪੇਸ਼ੈਂਟਸ ਦੇ। ਇਹ ਨਹੀਂ ਹੈ ਕਿ ਪੇਸ਼ੈਂਟਸ ਅਗਰ ਇਹ ਵਾਲੇ ਆਪਰੇਸ਼ਨ ਅਸੀਂ ਨਹੀਂ ਕਰਾਂਗੇ ਤੇ ਪੇਸ਼ੈਂਟ ਜਿੰਦਾ ਨਹੀਂ ਰਹੇਗਾ, ਪੇਸ਼ੈਂਟ ਜਿੰਦਾ ਰਹਿੰਦਾ ਔਰ ਬਹੁਤ ਸਾਲ ਜਿੰਦਾ ਵੀ ਰਹਿ ਜਾਂਦਾ ਆਪਰੇਸ਼ਨ ਤੋਂ ਬਗੈਰ ਵੀ। ਇਸੇ ਕਰਕੇ ਮੈਂ ਸਵਾਲ ਪੁੱਛਿਆ ਕੁਆਲਿਟੀ ਆਫ ਲਾਈਫ। ਕੁਆਲਿਟੀ ਆਫ ਲਾਈਫ ਇੰਪਰੂਵ ਹੋ ਜਾਂਦੀ ਹੈ ਕਿ ਪੇਸ਼ੈਂਟ ਨੂੰ ਜਿਹੜਾ ਸਾਹ ਚੜਦਾ ਸੀ 2 ਪੌੜੀਆਂ ਚੜਨ ਨਾਲ ਜਾਂ ਬਾਥਰੂਮ ਜਾਣ ਨਾਲ ਜਾਂ ਮੰਦਿਰ ਗੁਰਦੁਆਰੇ ਜਾਣ ਨਾਲ ਸਾਹ ਚੜਦਾ ਸੀ, ਉਹ ਸਾਹ ਚੜਨਾ ਉਹਨੂੰ ਬੰਦ ਹੋ ਜਾਂਦਾ ਹੈ ਤੇ ਕੁਆਲਿਟੀ ਆਫ ਲਾਈਫ ਇੰਪਰੂਵ ਹੋ ਜਾਂਦੀ ਹੈ। ਪੇਸ਼ੈਂਟ ਰੋਜ਼ਮर्रा ਦੇ ਕੰਮ, ਖਾਣਾ ਬਣਾਉਣਾ, ਬਾਥਰੂਮ ਜਾਣਾ, ਗੁਰਦੁਆਰੇ ਜਾਣਾ, ਮੰਦਿਰ ਜਾਣਾ, ਖਾਣਾ ਪੀਣਾ, ਸਾਰੀਆਂ ਚੀਜ਼ਾਂ। ਅਦਰਵਾਈਜ਼ ਦੇ ਪੇਸ਼ੈਂਟ ਨੂੰ ਆਪਰੇਸ਼ਨ ਤੋਂ ਪਹਿਲਾਂ ਤੇ ਪੇਸ਼ੈਂਟ ਖਾ ਵੀ ਨਹੀਂ ਸਕਦਾ। 2 ਫੁਲਕੇ ਖਾਣ ਵਾਸਤੇ ਵਿੱਚ ਸਾਹ ਲੈਣਾ ਪੈਂਦਾ ਉਹਨੂੰ ਕਿ ਮੈਂ ਖਾ ਲਵਾਂ, ਸਾਹ ਲੈ ਲਵਾਂ ਤੇ ਫਿਰ ਖਾਵਾਂਗਾ। ਰਾਤੀ ਲੇਟੇ ਲੇਟੇ ਪੇਸ਼ੈਂਟ ਨੂੰ ਸਾਹ ਚੜ ਜਾਂਦਾ, ਸਾਰੀ ਰਾਤ ਖਰਾਬ ਹੋ ਜਾਂਦੀ ਹੈ। ਜਦੋਂ 2-3 ਘੰਟੇ ਬਾਅਦ ਉਹਨੂੰ ਸਾਹ ਚੜ ਜਾਂਦਾ, ਉੱਠ ਕੇ ਬਹਿਣਾ ਪੈਂਦਾ ਉਹਨੂੰ। ਲੇਕਿਨ ਇਹ ਸਾਰੀਆਂ ਚੀਜ਼ਾਂ ਇੰਪਰੂਵ ਕਰ ਜਾਂਦੀਆਂ ਆਪਰੇਸ਼ਨ ਤੋਂ ਬਾਅਦ ਔਰ ਕੁਆਲਿਟੀ ਆਫ ਲਾਈਫ ਬਹੁਤ ਜ਼ਿਆਦਾ ਇੰਪਰੂਵ ਕਰ ਜਾਂਦੀ ਹੈ। ਤੇ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਕੁਆਲਿਟੀ ਆਫ ਲਾਈਫ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇੱਕ ਆਪਰੇਸ਼ਨ ਨਾਲ। ਇੱਕ ਪੇਸ਼ੈਂਟ ਇਕੱਲਾ ਘਰ ਦੇ ਵਿੱਚ ਪੇਸ਼ੈਂਟ ਨਹੀਂ ਹੁੰਦਾ, ਉਹਦੇ ਨਾਲ ਉਸਦੀ ਕੇਅਰ ਟੇਕਿੰਗ ਕਰਨ ਵਾਲੀ ਪੂਰੀ ਫੈਮਿਲੀ ਉਹਦੇ ਨਾਲ ਸਫਰ ਕਰਦੀ ਹੈ। ਤੇ ਇਸ ਕਰਕੇ ਪੇਸ਼ੈਂਟ ਦਾ ਟਾਈਮ ਰਹਿੰਦੇ ਹੋਏ ਇਲਾਜ ਕਰਾਇਆ ਜਾਵੇ ਤਾਂ ਕਿ ਕ੍ਰਿਟੀਕਲ ਇਲਨੈਸ ਤੋਂ ਪਹਿਲਾਂ ਹੀ ਉਹਨੂੰ ਕਿਉਰ ਕੀਤਾ ਜਾ ਸਕੇ ਤੇ ਪੇਸ਼ੈਂਟ ਦੇ ਨਾਲ ਨਾਲ ਆਪਣੀ ਪੂਰੀ ਫੈਮਿਲੀ ਨੂੰ ਵੀ ਇਸ ਪ੍ਰੋਬਲਮ ਤੋਂ ਬਚਾਇਆ ਜਾ ਸਕੇ। ਤੇ ਇਸੇ ਤਰ੍ਹਾਂ ਆਪਾਂ ਇਹੀ ਪੇਸ਼ੈਂਟ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਕੀ ਐਕਸਪੀਰੀਅੰਸ ਤੇ ਹੁਣ ਕਿਸ ਤਰ੍ਹਾਂ ਫੀਲ ਕਰਦੇ ਆ ਉਹ ਵੀ ਤੁਹਾਡੇ ਰੂਬਰੂ ਰਵਾਂਗੇ। ਬਨੇ ਰਹੋ ਲਾਈਵ ਭਾਰਤ ਦੇ ਨਾਲ ਮੌਜੂਦ ਹਨ ਜੋ ਕਿ ਕਾਫੀ ਕ੍ਰਿਟੀਕਲ ਇਲਨੈਸ ਤੋਂ ਬਾਅਦ ਇੱਕ ਆਪਰੇਸ਼ਨ ਤੋਂ ਬਾਅਦ ਹੁਣ ਇੱਕ ਨਵਾਂ ਜੀਵਨ ਲੈ ਚੁੱਕੇ ਹਨ। ਆਪਾਂ ਉਹਨਾਂ ਨੂੰ ਵੀ ਕੁਝ ਜਾਣਾਂਗੇ। ਇਹ ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਹਾਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ ਇੱਕ ਆਪਰੇਸ਼ਨ ਤੋਂ ਬਾਅਦ? ਬਹੁਤ ਵਧੀਆ। ਉਹਨੇ ਤੁਹਾਨੂੰ ਇੱਕ ਨਵਾਂ ਜੀਵਨ ਮਿਲਿਆ ਤੇ ਤੁਹਾਨੂੰ ਕੀ ਉਮੀਦ ਹੈ ਹੁਣ ਇਸ ਤੋਂ ਬਾਅਦ ਤੁਸੀਂ ਕੀ ਕੁਝ ਕਰਨਾ ਚਾਹੁੰਦੇ ਜੋ ਪਹਿਲਾਂ ਤੁਸੀਂ ਨਹੀਂ ਕਰ ਪਾਉਂਦੇ ਸੀ? ਸਾਰਾ ਕੁਝ ਹੁਣ ਕਰੂੰਗੀ, ਜੋ ਵੀ ਨਹੀਂ ਹੁੰਦਾ ਉਹ ਵੀ ਕਰੂੰਗੀ ਹੁਣ। ਬਹੁਤ ਵਧੀਆ, ਸਾਹ ਮੇਰੇ ਸੌਖੇ ਆ। ਹਾਂ। ਤੇ ਇਹ ਸੀ ਪੇਸ਼ੈਂਟ ਜਿਨ੍ਹਾਂ ਨੂੰ ਟ੍ਰੀਟਮੈਂਟ ਤੋਂ ਬਾਅਦ ਕਾਫੀ ਅੱਛਾ ਫੀਲ ਹੋ ਰਿਹਾ ਤੇ ਇਹ ਸਭ ਤੋਂ ਵੱਡੀ ਖੁਸ਼ੀ ਹੀ ਇਸ ਚੀਜ਼ ਦੀ ਮਿਲਦੀ ਹੈ ਕਿ ਜੋ ਪੇਸ਼ੈਂਟ ਪਹਿਲਾਂ ਨਹੀਂ ਕਰ ਪਾਉਂਦਾ ਸੀ ਅੱਜ ਉਸ ਦੇ ਅੰਦਰ ਇਸ ਚੀਜ਼ ਕਰਨ ਦਾ ਜਜ਼ਬਾ ਵੀ ਹੈ ਤੇ ਉਹ ਕਰ ਵੀ ਸਕਦਾ, ਉਹਦਾ ਸਰੀਰ ਵੀ ਇਸ ਚੀਜ਼ ਦੀ ਸਮਰੱਥਾ ਦਿੰਦਾ ਹੈ। ਲਾਈਵ ਭਾਰਤ ਦੇ ਹੈਲਥ ਪ੍ਰੋਗਰਾਮ ਦੇ ਵਿੱਚ ਖਾਸ ਪ੍ਰੋਗਰਾਮ ਜਿੱਥੇ ਕਿ ਤੁਹਾਨੂੰ ਅਸੀਂ ਰੂਬਰੂ ਕਰਾਇਆ ਇੱਕ ਪੇਸ਼ੈਂਟ ਨਾਲ ਤੇ ਡਾਕਟਰਸ ਦੀ ਵੀ ਸਲਾਹ ਲਿੱਤੀ ਤੇ ਕਿਸ ਤਰ੍ਹਾਂ ਇੱਕ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ ਤੇ ਇੱਕ ਕ੍ਰਿਟੀਕਲ ਇਲਨੈਸ ਦੇ ਸਪੈਸ਼ਲਿਸਟ ਨਾਲ ਵੀ ਮਿਲਾਇਆ ਤੇ ਕਿਸ ਤਰ੍ਹਾਂ ਇੱਕ ਹਾਰਟ ਦੇ ਜਿਹਨੂੰ ਕਿ ਸਾਰੇ ਹਸਪੀਟਲਸ ਨੇ ਇੱਕ ਮਨਾ ਕਰ ਦਿੱਤਾ, ਉਸ ਤੋਂ ਬਾਅਦ ਵੀ ਉਸ ਦਾ ਆਪਰੇਸ਼ਨ ਕਰਕੇ ਇੱਕ ਨਵਾਂ ਜੀਵਨ ਦਿੱਤਾ ਤੇ ਇਸ ਤਰ੍ਹਾਂ ਦੇ ਮਰੀਜ਼ ਨੂੰ ਵੀ ਬਚਾਇਆ ਜਾ ਸਕਦਾ ਹੈ। ਤਾਂ ਉਮੀਦ ਨਾ ਛੱਡੋ, ਤੁਸੀਂ ਆਪਣੇ ਡਾਕਟਰਸ ਨਾਲ ਸਲਾਹ ਲੈ ਕੇ ਇਸ ਦੀ ਇਲਾਜ ਨੂੰ ਅੱਗੇ ਕੰਟੀਨਿਊ ਕਰ ਸਕਦੇ ਹੋ। ਤਾਂ ਬਨੇ ਰਹੋ ਲਾਈਵ ਭਾਰਤ ਦੇ ਨਾਲ। ਇਸ ਤਰ੍ਹਾਂ ਦੇ ਹੋਰ ਵੀ ਹੈਲਥ ਪ੍ਰੋਗਰਾਮ ਨਾਲ ਤਾਰੇ ਦੁਬਾਰਾ ਰੂਬਰੂ ਹੁੰਦੇ ਰਹਾਂਗੇ। ਬਨੇ ਰਹੋ ਲਾਈਵ ਭਾਰਤ ਦੇ ਨਾਲ। ਕੈਮਰਾਮੈਨ ਸੁਖਵਿੰਦਰ ਕੋਹਲੀ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ।